ਮਹਿੰਗਾਈ ਇੱਕ ਬਹੁਤ ਹੀ ਵੱਡਾ ਇਸ਼ੂ ਹੈ। ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਲੋਕਾਂ ਕੋਲ ਮਤਲਬ ਕਿ ਜੇਬ 'ਚ ਇੰਨਾ ਖਰਚਾ ਨਹੀਂ ਹੈ ਕਿ ਉਹ ਅਫੋਰਡ ਕਰ ਸਕਣ ਇੱਕ ਅੱਛੀ ਲਾਈਫ। ਤੇ ਪੈਟਰੋਲ ਤੇ ਡੀਜ਼ਲ ਦੇ ਪ੍ਰਾਈਸ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਹੀ ਜ਼ਿਆਦਾ ਵੱਧ ਰਹੇ ਨੇ। ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕੁਝ ਕਟੌਤੀ ਕੀਤੀ ਗਈ ਆਪਣੇ ਟੈਕਸਸ ਦੇ ਵਿੱਚ, ਜਿਸ ਤੋਂ ਬਾਅਦ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਥੋੜ੍ਹੀ ਥੱਲੇ ਲਿਆਂਦੀ ਗਈ ਹੈ। ਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਜੋ ਟੈਕਸ ਲਾਏ ਜਾਂਦੇ ਨੇ ਇਹਨਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਲੋਕੀ ਦੇ ਇੱਕ ਸਸਤਾ ਪੈਟਰੋਲ ਜਾਂ ਡੀਜ਼ਲ ਪ੍ਰਾਪਤ ਕਰ ਸਕਣ। ਤਾਂ ਤੁਸੀਂ ਇਸ ਬਾਰੇ ਆਪਣੇ ਵਿਚਾਰ ਦਿਓ। देखो बिल्कुल ठीक गल है थोड़ी कि पेट्रोल और डीजल की जी कीमत ने ये बहुत ज़्यादा हाइक हो चुकी है और ਇਹਦਾ ਮਹਿੰਗਾਈ ਤੇ ਅਸਰ ਹੁੰਦਾ ਹੀ ਹੈ। ਖਾਸ ਤੌਰ ਤੇ ਜਦੋਂ ਡੀਜ਼ਲ ਦੀ ਕੀਮਤ ਵਧਦੀ ਹੈ ਕਿਉਂਕਿ ਸਾਰੀ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਆ ਉਹ ਟਰੱਕਾਂ ਰਾਹੀਂ ਹੋ ਰਹੀ ਹੈ ਜਾਂ ਟੈਂਪੋ ਰਾਹੀਂ ਹੋ ਰਹੀ ਹੈ, ਜੋ ਵੀ ਹੈ ਉਹ ਡੀਜ਼ਲ ਵਹੀਕਲਸ ਨੇ ਜਿਨ੍ਹਾਂ ਦੇ ਕਰਕੇ ਹੋ ਰਹੀ ਹੈ। ਈਵਨ ਕਿਸਾਨਾਂ ਦੇ ਉੱਤੇ ਵੀ ਬਹੁਤ ਬੋਝ ਪੈਂਦਾ ਹੈ। ਜੇ ਤੁਸੀਂ ਦੇਖਿਆ ਹੋਣਾ ਮੈਕਸੀਮਮ ਜਿਹੜਾ ਕਿਸਾਨ ਹੈਗੇ ਆ ਉਹ ਟਰੈਕਟਰ ਯੂਜ਼ ਕਰਦੇ ਆ ਔਰ ਚਾਹੇ ਉਹ ਬਿਜਾਈ ਲਈ ਕਰਨ, ਫਿਰ ਇਰੀਗੇਸ਼ਨ ਵਾਸਤੇ ਕਰਨ, ਫਿਰ ਉਸ ਤੋਂ ਬਾਅਦ ਤੁਹਾਡਾ ਜਦੋਂ ਕਟਾਈ ਹੁੰਦੀ ਹੈ ਉਸ ਤੋਂ ਬਾਅਦ ਮੰਡੀਆਂ 'ਚ ਲੈ ਕੇ ਜਾਣਾ ਹੋਵੇ, ਜੋ ਵੀ ਹੈ ਸਾਰਾ ਦਾਰੋਮਦਾਰ ਜਿਹੜਾ ਹੈਗਾ ਉਹ ਟਰੈਕਟਰਾਂ ਦੇ ਉੱਤੇ, ਉਹ ਟਰੈਕਟਰ ਜਿਹੜੇ ਹੈਗੇ ਆ ਡੀਜ਼ਲ ਦੇ ਉੱਤੇ ਚੱਲਦੇ ਹੈਗੇ ਆ। ਆਮ ਤੌਰ ਤੇ ਮੰਨਿਆ ਜਾਂਦਾ ਹੁੰਦਾ ਹੈ ਕਿ ਜਿਸ ਦੀ ਵੀ ਇਲੈਕਸ਼ਨ ਸਰਕਾਰ ਹੈਗੀ ਹੈ ਸਟੇਟ ਦੇ ਵਿੱਚ, ਬਾਈ ਇਲੈਕਸ਼ਨ ਅਮੂਮਨ ਉਹੀ ਸਰਕਾਰ ਉਸੇ ਪਾਰਟੀ ਦੀ ਸਰਕਾਰ ਚੱਲਦੀ ਹੈ। ਪਰ ਇਸ ਵਾਰੀ ਇਹ ਉਲਟਾ, ਖਾਸ ਤੌਰ ਤੇ ਹਰਿਆਣਾ ਦੇ ਵਿੱਚ, ਹਿਮਾਚਲ ਦੇ ਵਿੱਚ ਬੀਜੇਪੀ ਨੂੰ ਬਹੁਤ ਵੱਡਾ ਝਟਕਾ ਲੱਗਾ। ਹਿਮਾਚਲ ਦੇ ਵਿੱਚ ਉਹ 4 ਸੀਟਾਂ ਦੀਆਂ ਚਾਰੋਂ ਸੀਟਾਂ ਹਾਰੀ, ਈਵਨ ਇੱਕ ਲੋਕ ਸਭਾ ਸੀਟ ਵੀ ਹਾਰੀ। ਤਾਂ ਮਤਲਬ ਉੱਥੇ ਜਿਹੜਾ ਝਟਕਾ ਲੱਗਿਆ, ਜਦੋਂ ਕਿ ਅਗਲੇ ਸਾਲ ਉੱਥੇ ਇਲੈਕਸ਼ਨ ਹੋਣ ਜਾ ਰਿਹਾ, ਤਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਇਹ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਗ ਹੋ ਗਿਆ ਬੀਜੇਪੀ। ਇਹ ਇੱਕ ਟੈਸਟ ਸੀ ਜਿਸ ਤੋਂ ਉਹਨਾਂ ਨੂੰ ਲੱਗਿਆ ਕਿ ਵੀ ਵਾਕਈ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ, ਖਾਸ ਤੌਰ ਤੇ ਪੈਟਰੋਲ ਪ੍ਰਾਈਸਿਸ ਨੂੰ ਲੈ ਕੇ ਬਹੁਤ ਗੁੱਸਾ ਹੈ। ਕਿਉਂਕਿ ਦੇਖੋ ਅੱਜ ਹਰ ਘਰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਇਹਦੇ ਨਾਲ ਜੁੜਿਆ ਹੋਇਆ, ਤਾਂ ਉਹਨਾਂ ਨੂੰ ਇਹ ਲੱਗਿਆ ਕਿ ਜੇ ਅਸੀਂ ਪ੍ਰਾਈਸਿਸ ਨੂੰ ਮਤਲਬ ਨਹੀਂ ਘਟਾਇਆ ਤਾਂ ਲੋਕ ਸਾਨੂੰ ਬੁਰੀ ਤਰ੍ਹਾਂ ਮਤਲਬ ਇਹਨਾਂ ਇਲੈਕਸ਼ਨ ਦੇ ਵਿੱਚ ਹਰਾਉਣਾ। ਔਰ ਇਸ ਕਰਕੇ ਪਹਿਲਾਂ ਤਾਂ ਉਹਨਾਂ ਨੇ ਖੁਦ ਨੇ ਆਪਣਾ ਜਿਹੜਾ ਟੈਕਸ 5 ਰੁਪਏ ਤੋਂ ਲੈ ਕੇ 12 ਰੁਪਏ ਤੱਕ ਘਟਾਇਆ। ਔਰ ਫਿਰ ਹੁਣ ਕਿਉਂਕਿ ਜਦੋਂ ਸੈਂਟਰਲ ਗਵਰਨਮੈਂਟ ਨੇ ਘਟਾਇਆ ਤਾਂ ਨੈਚੁਰਲੀ ਹੈ ਸਟੇਟਾਂ ਤੇ ਵੀ ਉਨਾ ਹੀ ਦਬਾਅ ਹੈ ਕਿ ਬਈ ਤੁਸੀਂ ਵੀ ਹੁਣ ਆਪਣਾ ਉਹ ਡਾਊਨ ਕਰੋ। ਅਸੀਂ ਖੇਤੀਬਾੜੀ ਪ੍ਰਧਾਨ ਸੂਬਾ, ਅਸੀਂ ਇੱਕ ਪੰਜਾਬ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਉਹਨੇ ਇੱਕ ਸਰਵੇ ਵੀ ਕੀਤਾ ਹੋਇਆ। ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ 1 ਏਕੜ ਦੇ ਵਿੱਚ ਅਗਰ ਤੁਸੀਂ ਪੂਰੇ ਸਾਲ ਦੇ ਵਿੱਚ 25 ਤੋਂ 30 ਲੀਟਰ ਡੀਜ਼ਲ ਮਤਲਬ ਫੂਕਦੇ ਹੋ ਤਾਂ ਤੁਸੀਂ ਉਹਦਾ ਅਸਰ ਜਿਹੜਾ ਹੈਗਾ ਉਸ ਦਾ ਦੇਖੋ ਕਿੰਨਾ ਅਸਰ ਕਿਸਾਨ ਦੇ ਉੱਪਰ ਆ ਰਿਹਾ। ਤੁਸੀਂ ਦੇਖੋ ਲਾਸਟ ਜਿਹੜੀ ਪੈਡੀ ਅਸੀਂ ਸੋਇੰਗ ਕੀਤੀ ਸੀ ਉਹਦੇ ਵਿੱਚ 65 ਤੋਂ 70 ਰੁਪਏ ਦੇ ਵਿੱਚ ਡੀਜ਼ਲ, ਜਿਹੜੀ ਅਗਲੀ ਕੀਤੀ ਉਹ 'ਚ 100 ਰੁਪਏ, ਯਾਨੀ ਕਿ ਪਰ ਲੀਟਰ 25 ਤੋਂ 30 ਰੁਪਏ ਜਿਹੜੇ ਹੈਗੇ ਆ ਉਹ ਡੀਜ਼ਲ ਦੇ ਵੱਧ ਗਏ। ਮੈਂ ਕਹਿ ਰਿਹਾ ਜੇ ਹੁਣ 25 ਲੀਟਰ ਡੀਜ਼ਲ ਇੱਕ ਮਹੀਨੇ ਦਾ ਇੱਕ ਸਾਲ ਦਾ ਲੱਗਦਾ ਹੈ ਤਾਂ 25 ਨੂੰ ਤੁਸੀਂ 30 ਨਾਲ ਗੁਣਾ ਕਰਕੇ ਦੇਖੋ 750 ਰੁਪਇਆ ਵੱਧ ਗਿਆ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਇੰਦਰਪ੍ਰੀਤ ਸਿੰਘ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ, ਅਸੀਂ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਪੰਜਾਬ ਦੀ ਗੱਲ ਕਰ ਲਓ ਜਾਂ ਭਾਰਤ ਦੀ ਗੱਲ ਕਰ ਲਓ ਤਾਂ ਮਹਿੰਗਾਈ ਇੱਕ ਬਹੁਤ ਹੀ ਵੱਡਾ ਇਸ਼ੂ ਹੈ। ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਲੋਕਾਂ ਕੋਲ ਮਤਲਬ ਕਿ ਜੇਬ 'ਚ ਇੰਨਾ ਖਰਚਾ ਨਹੀਂ ਹੈ ਕਿ ਉਹ ਅਫੋਰਡ ਕਰ ਸਕਣ ਇੱਕ ਅੱਛੀ ਲਾਈਫ। ਤੇ ਪੈਟਰੋਲ ਤੇ ਡੀਜ਼ਲ ਦੇ ਪ੍ਰਾਈਸ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤ ਹੀ ਜ਼ਿਆਦਾ ਵੱਧ ਰਹੇ ਨੇ। ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕੁਝ ਕਟੌਤੀ ਕੀਤੀ ਗਈ ਆਪਣੇ ਟੈਕਸਸ ਦੇ ਵਿੱਚ, ਜਿਸ ਤੋਂ ਬਾਅਦ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਥੋੜ੍ਹੀ ਥੱਲੇ ਲਿਆਂਦੀ ਗਈ ਹੈ। ਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਜੋ ਟੈਕਸ ਲਾਏ ਜਾਂਦੇ ਨੇ ਇਹਨਾਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਲੋਕੀ ਦੇ ਇੱਕ ਸਸਤਾ ਪੈਟਰੋਲ ਜਾਂ ਡੀਜ਼ਲ ਪ੍ਰਾਪਤ ਕਰ ਸਕਣ। ਤਾਂ ਤੁਸੀਂ ਇਸ ਬਾਰੇ ਆਪਣੇ ਵਿਚਾਰ ਦੇ ਦਿਓ। ਦੇਖੋ ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿ ਪੈਟਰੋਲ ਔਰ ਡੀਜ਼ਲ ਦੀ ਜਿਹੜੀ ਕੀਮਤਾਂ ਨੇ ਇਹ ਬਹੁਤ ਜ਼ਿਆਦਾ ਹਾਈਕ ਹੋ ਚੁੱਕੀ ਹੈ ਇਹਨਾਂ ਦਿਨਾਂ 'ਚ ਔਰ ਇਹਦਾ ਮਹਿੰਗਾਈ ਤੇ ਅਸਰ ਹੁੰਦਾ ਹੀ ਹੈ। ਖਾਸ ਤੌਰ ਤੇ ਜਦੋਂ ਡੀਜ਼ਲ ਦੀ ਕੀਮਤ ਵੱਧਦੀ ਹੈ ਕਿਉਂਕਿ ਸਾਰੀ ਟਰਾਂਸਪੋਰਟੇਸ਼ਨ ਜਿਹੜੀ ਹੈਗੀ ਆ ਉਹ
ਟਰੱਕਾਂ ਰਾਹੀਂ ਹੋ ਰਹੀ ਹੈ ਜਾਂ ਟੈਂਪੂਆਂ ਰਾਹੀਂ ਹੋ ਰਹੀ ਹੈ, ਜੋ ਵੀ ਹੈ ਉਹ ਡੀਜ਼ਲ ਵਹੀਕਲਸ ਨੇ ਜਿਨ੍ਹਾਂ ਦੇ ਕਰਕੇ ਹੁੰਦੀ ਹੈ। ਈਵਨ ਕਿਸਾਨਾਂ ਦੇ ਉੱਤੇ ਵੀ ਬਹੁਤ ਬੋਝ ਪੈਂਦਾ ਹੈ, ਕਿਉਂਕਿ ਤੁਸੀਂ ਦੇਖਿਆ ਹੋਣਾ ਮੈਕਸੀਮਮ ਜਿਹੜਾ ਕਿਸਾਨ ਹੈਗੇ ਆ ਉਹ ਟਰੈਕਟਰ ਯੂਜ਼ ਕਰਦੇ ਆ, ਔਰ ਚਾਹੇ ਉਹ ਬਿਜਾਈ ਲਈ ਕਰਨ, ਫਿਰ ਇਰੀਗੇਸ਼ਨ ਵਾਸਤੇ ਕਰਨ, ਫਿਰ ਉਸ ਤੋਂ ਬਾਅਦ ਤੁਹਾਡਾ ਜਦੋਂ ਕਟਾਈ ਹੁੰਦੀ ਹੈ ਉਸ ਤੋਂ ਬਾਅਦ ਮੰਡੀਆਂ 'ਚ ਲੈ ਕੇ ਜਾਣਾ ਹੋਵੇ, ਜੋ ਵੀ ਹੈ ਸਾਰਾ ਦਾਰੋਮਦਾਰ ਜਿਹੜਾ ਹੈਗਾ ਉਹ ਟਰੈਕਟਰਾਂ ਦੇ ਉੱਤੇ, ਉਹ ਟਰੈਕਟਰ ਜਿਹੜੇ ਹੈਗੇ ਆ ਡੀਜ਼ਲ ਦੇ ਉੱਤੇ ਚੱਲਦੇ ਹੈਗੇ ਆ। ਔਰ ਜੇ ਤੁਸੀਂ ਦੇਖੋ ਵੀ ਪਿਛਲੇ ਮਤਲਬ 2016-17 ਤੋਂ ਬਾਅਦ ਲਗਾਤਾਰ ਜਿਹੜੇ ਹੈਗੇ ਪੈਟਰੋਲ ਦੇ ਪ੍ਰਾਈਸਿਸ ਜਿਹੜੇ ਹੈ ਉਹ ਅਪ ਹੀ ਅਪ ਹੋਈ ਜਾ ਰਹੇ ਹੈ। ਔਰ ਪਿਛਲਾ ਜਿਹੜਾ ਇਹ 2-3 ਮਹੀਨੇ ਦਾ ਜਿਹੜਾ ਮਤਲਬ ਵਕਫਾ ਹੈਗਾ, ਇਹਦੇ 'ਚ ਤੁਸੀਂ ਦੇਖੋ ਮਤਲਬ ਸਰਕਾਰਾਂ ਬਹੁਤ ਬੇਸ਼ਰਮੀ ਨਾਲ ਇਹਨੂੰ ਵਧਾਈ ਜਾ ਰਹੀਆਂ ਨੇ, ਔਰ ਕੋਈ ਰੋਕ ਨਹੀਂ ਇਸ ਦੇ। ਮਤਲਬ ਥੋੜ੍ਹੀ ਜਿਹੀ ਮੈਂ ਗੱਲ ਇਹ ਕਰਨੀ ਚਾਹੂੰਗਾ ਵੀ ਇਹ ਅਸਲ 'ਚ ਕਿਉਂ ਵਧਾਈਆਂ ਨੇ। ਤੁਹਾਨੂੰ ਯਾਦ ਹੋਊਗਾ ਜਦੋਂ 2014-15 ਦੇ ਵਿੱਚ ਕਰੂਡ ਪ੍ਰਾਈਸਿਸ ਜਿਹੜੀਆਂ ਹੈਗੀਆਂ ਨੇ ਉਹ ਸਲੈਸ਼ ਹੋਈਆਂ ਸੀਗੀਆਂ, ਤਾਂ ਇੱਕਦਮ ਸਰਕਾਰ ਦਾ ਜਿਹੜਾ ਰੈਵਨਿਊ ਹੈ ਉਹ ਵੀ ਘਟ ਗਿਆ ਸੀਗਾ। ਤਾਂ ਗਵਰਨਮੈਂਟ ਆਫ ਇੰਡੀਆ ਨੇ ਕੀ ਕੀਤਾ ਕਿ ਪਹਿਲਾਂ ਉਹਨਾਂ ਨੇ ਜਿਹੜੀ ਉਹਨਾਂ ਦਾ ਐਕਸਾਈਜ਼ ਡਿਊਟੀ ਹੈ ਉਹ ਉਹਨਾਂ ਨੇ 8% ਤੋਂ, ਪਹਿਲਾਂ 8% ਸੀਗੀ ਸਾਡੇ ਲੱਗੀ ਹੋਈ, 8 ਤੋਂ ਵਧਾ ਕੇ 31 ਕਰਤੀ, ਔਰ 31 ਤੋਂ ਬਾਅਦ 21 ਕਰਤੀ, 21 ਤੋਂ ਬਾਅਦ ਉਹਨਾਂ ਨੇ 31 ਕਰਤੀ। ਸੋ ਇਹ ਜਿਹੜਾ 2 ਵਾਰ ਵਧਾਇਆ ਸੀ ਉਹਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਜਿਹੜੇ ਕਰੂਡ ਪ੍ਰਾਈਸ ਹੈ ਉਹ ਬਹੁਤ ਥੱਲੇ ਚਲਾ ਗਿਆ, ਜਿਹਦੇ ਕਰਕੇ ਸਾਡੀ ਜਿਹੜੀ ਪੈਟਰੋਲੀਅਮ ਪਦਾਰਥਾਂ ਤੋਂ ਜਿੰਨੀ ਸਾਨੂੰ ਰੈਵਨਿਊ ਆਉਣਾ ਚਾਹੀਦਾ ਸਾਨੂੰ ਉਹ ਨਹੀਂ ਆ ਰਿਹਾ। ਇਸ ਕਰਕੇ ਅਸੀਂ ਜਿਹੜੇ ਪ੍ਰਾਈਸਿਸ ਨੇ ਉਹ ਉੱਪਰ ਕਰਤੇ। ਯਾਨੀ ਕਿ ਜਦੋਂ ਕਰੂਡ ਪ੍ਰਾਈਸ $100 ਤੋਂ ਉੱਪਰ ਸੀ ਪਰ ਬੈਰਲ ਉੱਪਰ ਸੀਗਾ, ਤਾਂ ਉਸ ਦੇ ਨਾਂ 'ਤੇ ਵਧਾਈ ਗਏ ਪੈਟਰੋਲ ਦੀ ਪ੍ਰਾਈਸ ਵੀ, ਕਿਉਂਕਿ ਜੀ ਕਰੂਡ ਆਇਲ ਬਹੁਤ ਮਹਿੰਗਾ ਹੈ, ਇਸ ਕਰਕੇ ਪੈਟਰੋਲ ਦੀ ਪ੍ਰਾਈਸ ਜਿਹੜੀ ਹੈਗੀ ਹੈ ਉਹ ਸਾਨੂੰ ਵਧਾਉਣੀ ਪੈ ਰਹੀ ਹੈ। ਹੁਣ ਜਦੋਂ ਕਰੂਡ ਆਇਲ ਥੱਲੇ ਹੋ ਗਿਆ ਤਾਂ ਤੁਸੀਂ ਆਪਣੇ ਰੈਵਨਿਊ ਦੇ ਨਾਂ 'ਤੇ ਵਧਾਤਾ ਪ੍ਰਾਈਸ। ਯਾਨੀ ਕਿ ਜਦੋਂ ਤਾਂ ਪ੍ਰਾਈਸ ਕਰੂਡ ਆਇਲ ਦਾ ਉੱਪਰ ਸੀਗਾ ਉਦੋਂ ਤੁਸੀਂ ਕਿਹਾ ਕਿ ਸਾਡਾ ਕੋਲ ਰੈਵਨਿਊ ਨਹੀਂ ਆ ਰਿਹਾ, ਇਸ ਕਰਕੇ ਅਸੀਂ ਮਤਲਬ ਜਿਹੜਾ ਕਰੂਡ ਦੀ ਪ੍ਰਾਈਸ ਹੈਗੀ ਹੈ ਜੇ ਘਟੀ ਹੈ ਤਾਂ ਉਹ ਲੋਕਾਂ ਨੂੰ ਪਾਸ ਆਨ ਨਹੀਂ ਕਰ ਸਕਦੇ। ਤੇ ਜਦੋਂ ਉਹਦੀ ਘਟੀ ਤਾਂ ਤੁਸੀਂ ਕਹਿੰਦਾ ਵੀ ਸਾਡਾ ਰੈਵਨਿਊ ਘਟ ਗਿਆ, ਇਸ ਕਰਕੇ ਅਸੀਂ ਪਾਸ ਨਹੀਂ ਕਰ ਸਕਦੇ। ਯਾਨੀ ਲੋਕਾਂ ਨੂੰ ਦੋਨੋਂ ਪਾਸੋਂ ਮਾਰੀ ਜਾ ਰਹੇ ਹੋ, ਚਾਹੇ ਪ੍ਰਾਈਸ ਘਟੇ ਚਾਹੇ ਨਾ ਘਟੇ, ਤੁਸੀਂ ਆਪਣਾ ਉਹ ਜਾਂ ਤਾਂ ਟੈਕਸ ਵਧਾ ਦਿੰਦੇ ਹੋ ਜਾਂ ਪੈਟਰੋਲੀਅਮ ਪਦਾਰਥਾਂ ਦੀ ਕੀਮਤਾਂ ਵਧਾ ਦਿੰਦੇ ਹੋ। ਦੋਨੋਂ ਵਧਾ ਕੇ ਤੁਸੀਂ ਲੋਕਾਂ ਨੂੰ ਮਤਲਬ ਪੀਸੀ ਜਾ ਰਹੇ ਹੋ। ਪਰ ਹੁਣ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਕੀ ਹੋ ਰਿਹਾ ਸੀ ਕਿ ਪ੍ਰਾਈਸਿਸ ਵੀ ਅੱਪ ਜਾ ਰਹੀਆਂ ਸੀਗੀਆਂ, ਮਤਲਬ ਕਰੂਡ ਪ੍ਰਾਈਸਿਸ ਵੀ ਉੱਪਰ ਹੋ ਗਿਆ, ਔਰ ਇਹਨਾਂ ਦਾ ਟੈਕਸ ਦਾ ਵੀ ਉਹ ਬਹੁਤ ਸਿਰੇ 'ਤੇ ਚੜ੍ਹਿਆ ਹੋਇਆ ਸੀਗਾ। ਮਤਲਬ 31% ਦੇ ਵਿੱਚ ਮੈਂ ਜਿਹੜੀ ਗੱਲ ਕਰ ਰਿਹਾ ਕਿ ਸੈਂਟਰ ਗਵਰਨਮੈਂਟ ਬੜੀ ਬੇਸ਼ਰਮੀ ਨਾਲ ਇਹ ਕਰ ਰਹੀ ਹੈ। ਕਿਉਂ ਕਹਿ ਰਿਹਾ ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਹੜਾ ਵੀ ਸੈਂਟਰਲ ਟੈਕਸ ਲਗਾਉਂਦੀ ਹੈਗੀ ਹੈ ਉਸ ਟੈਕਸਾਂ ਦੇ ਵਿੱਚੋਂ ਸਟੇਟਾਂ ਨੂੰ ਵੀ ਸ਼ੇਅਰ ਮਿਲਦਾ ਹੁੰਦਾ। ਮਤਲਬ ਜਿਵੇਂ ਅੱਜ ਕੱਲ੍ਹ ਆਪਣੇ ਇੱਥੇ 40% ਕੀਤਾ ਹੋਇਆ ਜਾਂ 38% ਦੇ ਆਸ-ਪਾਸ ਹੈ, ਸਾਨੂੰ ਉਹ ਸ਼ੇਅਰ ਮਿਲਦਾ। ਪਰ 2016 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਕੀ ਕੀਤਾ, ਐਕਸਾਈਜ਼ ਡਿਊਟੀ ਵਧਾਉਣ ਦੀ ਬਜਾਏ ਉਹਨਾਂ ਨੇ ਸਪੈਸ਼ਲ ਐਕਸਾਈਜ਼ ਡਿਊਟੀ ਵਧਾਤੀ। ਇੱਕ ਨਵੀਂ ਟਰਮ ਕੱਢ ਲਈ, ਸਪੈਸ਼ਲ ਐਕਸਾਈਜ਼ ਡਿਊਟੀ। ਉਹਦਾ ਕੀ ਸੀਗਾ ਵੀ ਉਹ ਸਿਰਫ ਔਰ ਸਿਰਫ ਰੈਵਨਿਊ ਜਿਹੜਾ ਹੈ ਸੈਂਟਰ ਕੋਲ ਹੀ ਰਹੇ, ਸਟੇਟਾਂ ਨੂੰ ਉਹਦੇ ਵਿੱਚੋਂ ਹਿੱਸਾ ਦੇਣਾ ਹੀ ਨਾ ਪਵੇ। ਤਾਂ ਜਦੋਂ ਵੀ ਉਹ ਵਧਾਈ ਗਏ ਸਪੈਸ਼ਲ ਐਕਸਾਈਜ਼ ਡਿਊਟੀ ਲਗਾ ਕੇ ਵਧਾਈ ਗਏ, ਜਿਹੜੀ ਉਹ 31% ਮੈਂ ਤੁਹਾਨੂੰ ਕਿਹਾ ਵੀ 31 ਰੁਪਏ ਤੱਕ ਕਰਤੀ ਹੈ, ਉਹ ਕੀ ਹੈਗਾ, ਉਹ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ ਉਹ ਸਪੈਸ਼ਲ ਐਕਸਾਈਜ਼ ਹੈ, ਉਹਦੇ 'ਚੋਂ ਸਟੇਟਾਂ ਨੂੰ ਕੋਈ ਸ਼ੇਅਰ ਨਹੀਂ ਮਿਲਦਾ। ਹੁਣ ਪ੍ਰੈਸ਼ਰ ਉਹਨਾਂ ਨੇ ਸਟੇਟਾਂ 'ਤੇ ਪਾ ਰੱਖਿਆ ਹੈ ਗਵਰਨਮੈਂਟ ਆਫ ਇੰਡੀਆ ਨੇ। ਜਦੋਂ ਬਹੁਤ ਜ਼ਿਆਦਾ ਹਾਈਕ ਹੋ ਗਈ ਤਾਂ ਪ੍ਰੈਸ਼ਰ ਉਹਨਾਂ ਨੇ ਪਾਇਆ ਹੋਇਆ ਸੀ ਸਟੇਟਾਂ ਦੇ ਉੱਤੇ ਕਿ ਸਟੇਟਾਂ ਜਿਹੜੀਆਂ ਨੇ ਆਪਣੇ ਪ੍ਰਾਈਸਿਸ ਜਿਹੜੀਆਂ ਨੇ ਉਹ ਘਟਾਉਣ। ਤਾਂ ਸਟੇਟਾਂ ਨੇ ਕਿਹਾ ਵੀ ਅਸੀਂ ਥੋੜ੍ਹੀ ਵਧਾਇਆ ਤਾਂ ਤੁਸੀਂ ਆਪਣਾ ਘਟਾਓ, ਅਸੀਂ ਤਾਂ 1 ਰੁਪਈਆ ਵੀ ਨਹੀਂ ਵਧਾਇਆ। ਅਤੇ ਸਾਡੇ ਕੋਲੇ ਨਾਲੇ ਸਟੇਟਾਂ ਕੋਲੇ ਹੁਣ ਜਦੋਂ ਦਾ GST ਆਇਆ ਉਸ ਤੋਂ ਬਾਅਦ ਸਟੇਟਾਂ ਦੇ ਜਿਹੜੇ ਰੈਵਨਿਊ ਨੇ ਉਹ ਬਿਲਕੁਲ ਖਤਮ ਹੋ ਗਏ। ਸਟੇਟਾਂ ਟੋਟਲੀ ਡਿਪੈਂਡੈਂਟ ਹੋ ਗਈਆਂ GST ਦੇ ਉੱਤੇ। ਹੁਣ GST ਦੀ ਕਲੈਕਸ਼ਨ ਮਤਲਬ ਓਨੀ ਨਹੀਂ ਵੱਧ ਰਹੀ ਜਿੰਨੀ ਕਿ GST ਲੱਗਣ 'ਚ ਆਸ ਕੀਤੀ ਜਾ ਰਹੀ ਸੀ ਕਿ GST ਲੱਗ ਕੇ ਸਾਨੂੰ ਇੰਨੀ ਕਲੈਕਸ਼ਨ ਆ ਜਾਏਗੀ, ਪਰ ਉਨੀ ਕਲੈਕਸ਼ਨ ਇਹ ਆਈ ਨਹੀਂ ਹੈ। ਇਹ ਇੱਕ ਅਲੱਗ ਇਸ਼ੂ ਹੈ।
ਪਰ ਅਸੀਂ ਇਸੇ ਦੇ ਹੀ ਰਹੀਏ। ਹੁਣ ਕਿਉਂ ਘਟਾਇਆ? ਤੁਸੀਂ ਦੇਖਿਆ ਹੋਣਾ ਕਿ ਹੁਣ ਹਾਲ ਹੀ ਵਿੱਚ 29 ਜਿਹੜੀਆਂ ਨੇ ਉਪ ਚੁਣਾਵ ਹੋਏ ਨੇ, ਬਾਈ ਇਲੈਕਸ਼ਨਸ ਹੋਈਆਂ ਨੇ ਡਿਫਰੈਂਟ ਕੰਟਰੀਜ਼ 'ਚ, ਡਿਫਰੈਂਟ ਸਟੇਟਾਂ ਦੇ ਵਿੱਚ, ਹੈ ਨਾ। ਅਸਾਮ ਹੈ, ਵੈਸਟ ਬੰਗਾਲ ਹੈ, ਹਿਮਾਚਲ ਹੈ, ਰਾਜਸਥਾਨ ਹੈ, ਹਰਿਆਣਾ ਹੈ, ਮਤਲਬ ਕਈ ਜਗ੍ਹਾ 'ਤੇ, ਕਰਨਾਟਕ ਹੈ, ਤਾਮਿਲਨਾਡੂ ਹੈ, ਸਾਰੇ ਕਿਤੇ ਇੱਕ ਇੱਕ 2 2 4 4 ਸੀਟਾਂ ਦੇ ਉੱਤੇ ਇਲੈਕਸ਼ਨ ਹੋਏ, ਜੋ 29 ਸੀਟਾਂ ਬਣਦੀਆਂ ਨੇ। 3 ਸੀਟਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਵੀ ਬਣਦੀਆਂ ਨੇ। ਆਮ ਤੌਰ 'ਤੇ ਮੰਨਿਆ ਜਾਂਦਾ ਹੁੰਦਾ ਕਿ ਜਿਸ ਦੀ ਵੀ ਇਲੈਕਸ਼ਨ ਸਰਕਾਰ ਹੈਗੀ ਆ ਸਟੇਟ ਦੇ ਵਿੱਚ, ਬਾਈ ਇਲੈਕਸ਼ਨ ਅਮੂਮਨ ਉਹੀ ਸਰਕਾਰ ਉਸੇ ਪਾਰਟੀ ਦੀ ਸਰਕਾਰ ਜਿੱਤ ਜਾਂਦੀ ਹੈ। ਪਰ ਇਸ ਵਾਰੀ ਇਹ ਉਲਟਾ ਹੋਇਆ, ਖਾਸ ਤੌਰ 'ਤੇ ਹਰਿਆਣਾ ਦੇ ਵਿੱਚ, ਹਿਮਾਚਲ ਦੇ ਵਿੱਚ ਬੀਜੇਪੀ ਨੂੰ ਬਹੁਤ ਵੱਡਾ ਝਟਕਾ ਲੱਗਿਆ। ਹਿਮਾਚਲ ਦੇ ਵਿੱਚ ਉਹ 4 ਸੀਟਾਂ ਦੀਆਂ 4 ਸੀਟਾਂ ਹਾਰ ਗਏ, ਈਵਨ ਇੱਕ ਲੋਕ ਸਭਾ ਸੀਟ ਵੀ ਹਾਰ ਗਏ। ਤਾਂ ਮਤਲਬ ਉੱਥੇ ਜਿਹੜਾ ਝਟਕਾ ਲੱਗਿਆ, ਜਦੋਂ ਕਿ ਅਗਲੇ ਸਾਲ ਉੱਥੇ ਇਲੈਕਸ਼ਨ ਹੋਣ ਜਾ ਰਹੇ ਨੇ, ਤਾਂ ਇਹ ਮੰਨਿਆ ਜਾ ਰਿਹਾ ਸੀਗਾ ਕਿ ਇਹ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਗ ਹੋ ਗਿਆ ਬੀਜੇਪੀ ਤੋਂ। ਫਿਰ ਇਸੇ ਤਰ੍ਹਾਂ ਹੀ ਹਰਿਆਣਾ, ਐਲਨਾਬਾਦ ਵਾਲੀ ਸੀਟ ਜਿਹੜੀ ਤੁਸੀਂ ਜਾਣਦੇ ਹੋਗੇ, ਐਲਨਾਬਾਦ ਵਾਲੀ ਸੀਟ ਅਭੈ ਚੌਟਾਲਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਮਤਲਬ ਜਿਹੜੀ ਹੈਗੀ ਹੈ ਉਹ ਅਸਤੀਫਾ ਦਿੱਤਾ ਸੀਗਾ। ਔਰ ਉੱਥੇ ਮਤਲਬ ਜੇ ਆਪਾਂ ਪਿਛਲੇ ਇਲੈਕਸ਼ਨ ਨਾਲ ਕੰਪੇਅਰ ਕਰੀਏ, ਹਾਲਾਂਕਿ ਬੀਜੇਪੀ ਇਹ ਕਹਿ ਰਹੀ ਹੈ ਕਿ ਜੀ ਸਾਡੀ ਤਾਂ ਵੋਟ ਸ਼ੇਅਰ ਬਹੁਤ ਵੱਧ ਗਿਆ, ਮਤਲਬ ਅਸੀਂ ਜਿਹੜਾ 2000 ਪਿਛਲਾ ਇਲੈਕਸ਼ਨ ਲੜਿਆ, 2019 ਵਾਲਾ ਜਿਹੜਾ ਇਲੈਕਸ਼ਨ ਲੜਿਆ, ਉਸ ਤੋਂ ਲੈ ਕੇ ਹੁਣ ਤੱਕ ਸਾਨੂੰ ਉੱਥੇ ਵੋਟਾਂ ਜ਼ਿਆਦਾ ਪਈਆਂ ਨੇ, ਬਿਲਕੁਲ ਜ਼ਿਆਦਾ ਪਈਆਂ ਹੋਣੀਆਂ। ਮੈਂ ਇਸ ਗੱਲ ਨਾਲ ਕੋਈ ਉਹ ਨਹੀਂ ਕਰਦਾ, ਇਤਫਾਕ ਰੱਖਦਾ ਮੈਂ ਉਹਨਾਂ ਨਾਲ। ਕਿਉਂ ਜ਼ਿਆਦਾ ਪਈਆਂ ਨੇ? ਕਿਉਂਕਿ ਇੱਕ ਤਾਂ ਉਹਨਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਸਾਇਟੀ ਨੂੰ ਪੂਰੀ ਤਰ੍ਹਾਂ ਪੋਲਰਾਈਜ਼ ਕਰਤਾ, ਬਿਲਕੁਲ ਦਫਾੜ ਕਰਤੀ ਹੈ ਸੁਸਾਇਟੀ। ਜਾਂ ਤਾਂ ਸੁਸਾਇਟੀ ਮਤਲਬ ਕਿਸਾਨਾਂ ਦੇ ਨਾਲ ਹੈ ਜਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੈ। ਦੂਜੀ ਗੱਲ, ਜਿਹੜੇ 2019 ਦੇ ਇਲੈਕਸ਼ਨ ਨੇ, 2019 ਵੇਲੇ ਜਜਪਾ ਨੇ ਆਪਣੀ ਇਲੈਕਸ਼ਨ ਲੜੀ ਹੈ ਔਰ ਬੀਜੇਪੀ ਨੇ ਆਪਣੀ ਇਲੈਕਸ਼ਨ ਲੜੀ ਹੈ, ਯਾਨੀ ਕਿ ਦੋਨੋਂ ਪਾਰਟੀਆਂ ਅਲੱਗ-ਅਲੱਗ ਲੜੀਆਂ ਨੇ। ਉਸ ਦੇ ਬਾਵਜੂਦ ਜਿੱਤਿਆ ਉੱਥੇ ਇਨੈਲੋ ਦਾ ਬੰਦਾ ਹੈ। ਇਸ ਵਾਰੀ ਦੋਨੋਂ ਪਾਰਟੀਆਂ ਇਕੱਠੀਆਂ ਹੋ ਗਈਆਂ ਉੱਥੇ, ਤਾਂ ਵੀ ਦੋਨੋਂ ਪਾਰਟੀਆਂ ਇਕੱਠੀਆਂ ਹੋ ਕੇ ਵੀ ਉਹਨੂੰ ਨਹੀਂ ਹਰਾ ਸਕੀਆਂ। ਇਟ ਮੀਨਸ ਜਿਹੜੇ ਖੇਤੀ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੇ ਬੀਜੇਪੀ ਦੇ ਖਿਲਾਫ ਹੀ ਵੋਟ ਪਾਈ ਹੈ। ਜਿਉਂ ਹੀ ਰਿਜ਼ਲਟ ਆਏ ਇਹਦੇ, ਮਤਲਬ ਤੁਸੀਂ ਦੇਖਿਆ ਹੋਣਾ ਸਾਰੇ ਉਹਦੇ 'ਚੋਂ। ਅੱਛਾ, ਤੁਸੀਂ ਵੈਸਟ ਬੰਗਾਲ 'ਚ ਲਗਾਓ ਇਸੇ ਤਰ੍ਹਾਂ ਹੀ। ਵੈਸਟ ਬੰਗਾਲ ਦੇ ਵਿੱਚ 2 ਸੀਟਾਂ ਜਿਹੜੀਆਂ ਬੀਜੇਪੀ 1,64,000 ਔਰ 1,44,000 ਵੋਟਾਂ ਦੇ ਫਰਕ ਨਾਲ ਹਾਰ ਗਈ। ਇਹਦਾ ਮਤਲਬ ਇਹ ਹੈ ਕਿ ਬੀਜੇਪੀ ਨੂੰ ਤਾਂ ਉੱਥੇ ਵੋਟ ਹੀ ਨਹੀਂ ਮਿਲੀ। ਠੀਕ। ਹਿਮਾਚਲ ਦੇ ਵਿੱਚ ਜਿਹੜੀ ਜੁੱਬਲ ਸੀਟ ਹੈਗੀ ਹੈ, ਉੱਥੇ ਬੀਜੇਪੀ ਦੇ ਕੈਂਡੀਡੇਟ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਮਤਲਬ ਜਿਸ ਪਾਰਟੀ ਦੀ ਸਟੇਟ ਦੇ ਵਿੱਚ ਸਰਕਾਰ ਹੋਵੇ ਉਹ ਸਾਰੀਆਂ ਤਾਂ ਸੀਟਾਂ ਹੀ ਹਾਰ ਜੇ, ਪਲੱਸ ਇੱਕ ਸੀਟ ਤੇ ਜ਼ਮਾਨਤ ਵੀ ਜ਼ਬਤ ਹੋ ਜੇ। ਮਤਲਬ ਇਹਦਾ ਮਤਲਬ ਇਹ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਤੁਸੀਂ ਮਹਿੰਗਾਈ ਦੀ ਗੱਲ ਕਰ ਰਹੇ ਸੀਗੇ ਕਿ ਮਹਿੰਗਾਈ ਬਹੁਤ ਵੱਡਾ ਇਸ਼ੂ ਹੋ ਗਿਆ ਹੈ, ਲੋਕਾਂ ਨੂੰ ਉਹ ਹੁਣ ਚੁਭਣ ਲੱਗ ਗਿਆ ਕਿ ਹਰ ਚੀਜ਼ ਹੀ ਤੁਸੀਂ ਮਹਿੰਗੀ ਕਰੀ ਜਾ ਰਹੇ ਹੋ। ਮਤਲਬ ਕਰੋਨਾ ਕਰਕੇ ਕਿੰਨੇ ਲੋਕਾਂ ਦੀ ਜੌਬਸ ਚਲੀ ਗਈ, ਜੇ ਜੌਬ ਨਹੀਂ ਗਈ ਤਾਂ ਉਹਨਾਂ ਦੀ ਮਤਲਬ ਜਿਹੜੀ ਹੈਗੀ ਹੈ ਤਨਖਾਹਾਂ ਘਟਾਤੀਆਂ। ਠੀਕ ਹੈ। ਇਸੇ ਤਰ੍ਹਾਂ ਹੀ ਜੇ ਅਸੀਂ ਕਾਰੋਬਾਰਾਂ ਦੀ ਗੱਲ ਕਰੀਏ, ਕਾਰੋਬਾਰਾਂ ਦੇ ਵਿੱਚ ਬਹੁਤ ਮਤਲਬ ਮੰਦੀ ਆਈ ਹੈ। ਉਸ ਦੇ ਬਾਵਜੂਦ ਤੁਸੀਂ ਚੀਜ਼ਾਂ ਦੇ ਰੇਟਸ ਸਾਰੇ ਵਧਾਈ ਜਾ ਰਹੇ ਹੋ, ਤਾਂ ਲੋਕਾਂ ਦੇ ਵਿੱਚ ਜਿਹੜਾ ਗੁੱਸਾ ਹੁੰਦਾ ਹੈ ਉਹ ਆਖਿਰ ਕਿਤੇ ਨਾ ਕਿਤੇ ਫੁੱਟਦਾ ਹੀ ਹੈ। ਹੁਣ ਸਾਡੇ ਇੱਥੇ ਠੀਕ ਹੈ ਕਿ ਲੋਕਾਂ ਨੇ ਕੋਈ ਉਸ ਤਰ੍ਹਾਂ ਦੀ ਬਗਾਵਤ ਨਹੀਂ ਕੀਤੀ ਕਿ ਤੋੜ ਫੋੜ ਕਰਤੀ ਹੋਵੇ ਜਾਂ ਇਸ ਤਰ੍ਹਾਂ ਦਾ ਕੁਝ ਕਰਤਾ ਹੋਵੇ। ਲੋਕਾਂ ਕੋਲ ਇੱਕ ਰਾਈਟ ਹੈ, ਉਹ ਹੈ ਇਲੈਕਸ਼ਨ ਦਾ। ਇਲੈਕਸ਼ਨ ਦੇ ਵਿੱਚ ਉਹਨਾਂ ਨੇ ਸਬਕ ਸਿਖਾਤਾ ਇਹਨਾਂ ਨੂੰ ਕਿ ਅਸੀਂ ਜਿਹੜੀ ਉਹ ਇਹਨਾਂ ਨੂੰ ਜਿੱਥੇ ਇਹਨਾਂ ਦੀ ਸਰਕਾਰਾਂ ਨੇ ਉਹ ਵੀ ਜਿਹੜੀਆਂ ਨੇ ਹਾਰੀਆਂ ਨੇ ਇਹਨਾਂ ਨੇ, ਔਰ ਬੁਰੀ ਤਰ੍ਹਾਂ ਹਾਰੀਆਂ ਨੇ। ਕੋਈ ਇਹ ਜੀ ਸੀਟ ਨਹੀਂ ਜਿੱਥੇ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਉਹਨਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। ਵੈਸਟ ਬੰਗਾਲ ਦੇ ਵਿੱਚ 4 ਸੀਟਾਂ ਲੜੀਆਂ, ਉਹਨਾਂ ਨੇ 4 ਚੋਂ 3 ਤੇ ਜ਼ਮਾਨਤਾਂ ਜ਼ਬਤ ਹੋ ਗਈਆਂ ਉਹਨਾਂ ਦੀਆਂ। ਠੀਕ ਹੈ ਨਾ। ਜਦੋਂ ਤੁਸੀਂ ਐ ਦੇਖਦੇ ਹੋ ਵੀ 1,64,000 ਦੇ ਫਰਕ ਨਾਲ ਹਾਰ ਗਿਆ ਬੰਦਾ, ਉਹ ਵੀ ਵਿਧਾਨ ਸਭਾ ਇਲੈਕਸ਼ਨ। ਲੋਕ ਸਭਾ ਦੇ ਵਿੱਚ ਤਾਂ ਅਸੀਂ ਸੋਚਦੇ ਹੁੰਦੇ ਹਾਂ ਕਿਉਂਕਿ 9 ਵਿਧਾਨ ਸਭਾ ਸੀਟਾਂ ਹੁੰਦੀਆਂ ਨੇ ਔਰ ਤੁਸੀਂ ਲੋਗੋ ਵੀ 17-18 ਲੱਖ ਵੋਟ ਹੁੰਦੀ ਹੈ, ਉਹਦੇ 'ਚ ਲੱਖ, 1.5 ਲੱਖ, 2 ਲੱਖ, 3 ਲੱਖ, 5 ਲੱਖ ਤੱਕ ਵੀ ਲੋਕ ਜਿੱਤਦੇ ਹੈ। ਪਰ ਵਿਧਾਨ ਸਭਾ 'ਚ ਤਾਂ ਵੋਟਾਂ ਹੀ 2 ਲੱਖ ਹੁੰਦੀਆਂ ਨੇ। 2 ਲੱਖ ਚੋਂ 1,64,000 ਤੇ ਤੁਸੀਂ ਹਾਰ ਗਏ।
2 ਲੱਖ ਦੀ 2 ਲੱਖ ਥੋੜ੍ਹਾ ਪੋਲ ਹੋਈਆਂ ਨੇ, 80% ਪੋਲ ਹੋਈਆਂ ਹੁੰਦੀਆਂ ਨੇ, ਅਤੇ 80% ਜੇ 90% ਪੋਲ ਹੋਈਆਂ ਨੇ ਅਤੇ ਉਸ 'ਚ 1,64,000 ਦੇ ਫਰਕ ਨਾਲ ਤੁਸੀਂ ਹਾਰ ਰਹੇ ਹੋ ਤਾਂ ਤੁਹਾਨੂੰ ਮਿਲਿਆ ਕੀ ਹੈ? ਤਾਂ ਇਹਦਾ ਮਤਲਬ ਹੈ ਕਿ ਲੋਕਾਂ ਨੇ ਆਪਣਾ ਗੁੱਸਾ ਜਿਹੜਾ ਹੈ ਦੱਬ ਕੇ ਬਾਹਰ ਕੱਢਿਆ ਔਰ ਇਸ ਕਰਕੇ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਔਰ ਕਿਉਂਕਿ ਅਗਲੇ 3-4 ਮਹੀਨਿਆਂ 'ਚ ਬੀਜੇਪੀ ਇੱਕ ਵੱਡੀ ਜਿਹੜੀ ਸਟੇਟ ਹੈ ਯੂਪੀ, ਉਹਦੇ ਵਿੱਚ ਇਲੈਕਸ਼ਨ 'ਚ ਉਤਰਨ ਜਾ ਰਹੀ ਹੈ, ਉੱਤਰਾਖੰਡ 'ਚ ਇਲੈਕਸ਼ਨ ਉਤਰਨ ਜਾ ਰਹੀ ਹੈ, ਤੁਹਾਡਾ ਪੰਜਾਬ 'ਚ ਉਤਰਨ ਜਾ ਰਹੀ ਹੈ, ਉਸ ਤੋਂ ਬਾਅਦ ਤੁਹਾਡੀ ਹੈਗੀ ਹੈ ਗੋਆ 'ਚ ਉਤਰਨ ਜਾ ਰਹੀ ਹੈ। ਇਸ ਤਰ੍ਹਾਂ ਦੀ 5 ਸਟੇਟਾਂ ਨੇ ਜਿੱਥੇ ਅਗਲੇ 4 ਮਹੀਨਿਆਂ 'ਚ ਇਲੈਕਸ਼ਨ ਹੋ ਜਾਣੇ, ਫਰਵਰੀ ਦੇ ਆਸ-ਪਾਸ ਹੋ ਜਾਣੇ। ਇਹ ਇੱਕ ਟੈਸਟ ਸੀ ਜਿਸ ਤੋਂ ਉਹਨਾਂ ਨੂੰ ਲੱਗਿਆ ਕਿ ਬਈ ਵਾਕਈ ਲੋਕਾਂ ਦੇ ਵਿੱਚ ਬਹੁਤ ਗੁੱਸਾ ਹੈ, ਖਾਸ ਤੌਰ 'ਤੇ ਪੈਟਰੋਲ ਪ੍ਰਾਈਸਿਸ ਨੂੰ ਲੈ ਕੇ ਬਹੁਤ ਗੁੱਸਾ ਹੈ, ਕਿਉਂਕਿ ਦੇਖੋ ਅੱਜ ਹਰ ਘਰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਇਹਦੇ ਨਾਲ ਜੁੜਿਆ ਹੋਇਆ ਹੈ। ਤਾਂ ਉਹਨਾਂ ਨੂੰ ਇਹ ਲੱਗਿਆ ਕਿ ਜੇ ਅਸੀਂ ਪ੍ਰਾਈਸਿਸ ਨੂੰ ਮਤਲਬ ਨਹੀਂ ਘਟਾਇਆ ਤਾਂ ਲੋਕ ਸਾਨੂੰ ਬੁਰੀ ਤਰ੍ਹਾਂ ਮਤਲਬ ਇਹਨਾਂ ਇਲੈਕਸ਼ਨਾਂ ਦੇ ਵਿੱਚ ਹਰਾਣਗੇ। ਔਰ ਇਸ ਕਰਕੇ ਪਹਿਲਾਂ ਤਾਂ ਉਹਨਾਂ ਨੇ ਖੁਦ ਨੇ ਆਪਣਾ ਜਿਹੜਾ ਟੈਕਸ 5 ਰੁਪਏ ਤੋਂ ਲੈ ਕੇ 12 ਰੁਪਏ ਤੱਕ ਘਟਾਇਆ। ਔਰ ਫਿਰ ਹੁਣ ਕਿਉਂਕਿ ਜਦੋਂ ਸੈਂਟਰਲ ਗੌਰਮੈਂਟ ਨੇ ਘਟਾਇਆ ਤਾਂ ਨੈਚੁਰਲੀ ਹੈ ਸਟੇਟਾਂ 'ਤੇ ਵੀ ਉਨਾ ਹੀ ਦਬਾਅ ਹੈ ਕਿ ਬਈ ਤੁਸੀਂ ਵੀ ਹੁਣ ਆਪਣਾ ਉਹ ਡਾਊਨ ਕਰੋ। ਤਾਂ ਹੁਣ ਉਹਨਾਂ ਨੇ ਵੀ ਕੁਝ ਸਟੇਟਾਂ ਨੇ ਡਾਊਨ ਕਰਤਾ ਹੈ, ਜਿੱਥੇ ਜਿੱਥੇ ਬੀਜੇਪੀ ਦੀਆਂ ਸਟੇਟਾਂ ਨੇ ਉਹਨਾਂ ਨੇ ਥੋੜ੍ਹੇ ਜਿਹੇ ਘਟਾਏ ਹੈ। ਹੁਣ ਜਿਹੜੀ ਗੱਲ ਹੈ ਪੰਜਾਬ ਦੀ, ਕਿਉਂਕਿ ਪੰਜਾਬ ਵੀ ਇਲੈਕਸ਼ਨ 'ਚ ਮੈਂ ਤੁਹਾਨੂੰ ਕਹਿ ਰਿਹਾ ਵੀ ਉਤਰਨ ਜਾ ਰਿਹਾ ਹੈ, ਔਰ ਜਦੋਂ ਆਸ-ਪਾਸ ਦੀਆਂ ਸਾਰੀਆਂ ਸਟੇਟਾਂ ਨੇ ਘਟਾਇਆ ਹੋਵੇ ਤਾਂ ਨੈਚੁਰਲੀ ਹੈ ਤੁਹਾਡੇ 'ਤੇ ਵੀ ਉਨਾ ਹੀ ਪ੍ਰੈਸ਼ਰ ਬਣ ਜਾਂਦਾ ਹੈ ਕਿ ਤੁਸੀਂ ਜਿਹੜਾ ਹੈ ਪੈਟਰੋਲ ਦੀਆਂ ਪ੍ਰਾਈਸਿਸ ਨੂੰ ਕੰਟਰੋਲ ਕਰੋ। ਔਰ ਇਹ ਇੱਕ ਜਿਹੜੀ ਕੱਲ੍ਹ ਜਾਂ ਪਰਸੋਂ ਕੈਬਨਿਟ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਮਤਲਬ ਇਹ ਵਿਚਾਰਿਆ ਜਾਊਗਾ, ਚਰਚਾਵਾਂ ਹੁਣ ਵੀ ਚੱਲ ਰਹੀਆਂ ਨੇ ਕਿ ਅਸੀਂ ਇਹ ਪ੍ਰਾਈਸਿਸ ਨੂੰ ਕੰਟਰੋਲ ਕਰੀਏ। ਔਰ ਤੁਸੀਂ ਦੇਖੋ ਪੈਟਰੋਲ ਦੀ ਪ੍ਰਾਈਸਿਸ ਜਿਹੜੀ ਹੈ ਇਸ ਟਾਈਮ ਪੰਜਾਬ ਦੇ ਵਿੱਚ ਜਦੋਂ ਇਹ ਰੇਟਸ ਨਹੀਂ ਘਟੇ ਸੀ ਉਦੋਂ ਵੀ ਜਿਹੜੀਆਂ ਹਿਮਾਚਲ ਨਾਲੋਂ, ਹਰਿਆਣੇ ਨਾਲੋਂ, ਯੂਟੀ ਨਾਲੋਂ, ਤਿੰਨਾਂ ਨਾਲੋਂ ਸਾਨੂੰ 5-5 ਰੁਪਏ ਜਿਹੜਾ ਹੈਗਾ ਉਹ ਜ਼ਿਆਦਾ ਪੈਟਰੋਲ ਦੇਣਾ ਪੈ ਰਿਹਾ ਹੈ। ਅਤੇ ਤੁਸੀਂ ਇੱਕ ਲਗਾਓ ਵੀ ਜੇ ਇੱਕ ਗੱਡੀ ਦੇ ਵਿੱਚ 27-28 ਲੀਟਰ ਪੈਟਰੋਲ ਆਉਂਦਾ ਹੈ ਤਾਂ 5 ਰੁਪਏ ਦੇ ਨਾਲ ਤੁਸੀਂ ਦੇਖ ਲਓ 150 ਰੁਪਏ ਦਾ ਆਲਮੋਸਟ ਫਰਕ ਪੈ ਜਾਂਦਾ। ਤਾਂ ਹਰ ਬੰਦਾ ਫਿਰ ਇਹੀ ਸੋਚਦਾ ਕਿ ਯਾਰ ਮੈਂ ਪੰਜਾਬ ਦੀ ਬਜਾਏ ਹਰਿਆਣੇ ਤੋਂ ਭਰਵਾ ਲਿਆਵਾਂ। ਜਿਹੜੀਆਂ ਜ਼ਿਲ੍ਹੇ ਸਾਡੇ ਨੇ ਪਟਿਆਲਾ, ਸੰਗਰੂਰ, ਸਾਡਾ ਬਠਿੰਡਾ, ਮਾਨਸਾ, ਇਹ ਜਿੰਨੇ ਉਹ 'ਚ ਲੱਗਦੇ ਨੇ ਹਰਿਆਣੇ ਨਾਲ, ਉਹ ਤਾਂ ਹਰਿਆਣੇ ਤੋਂ ਭਰਵਾ ਜਾਂਦੇ ਆ। ਜਿਹੜੇ ਇੱਧਰਲੇ ਪਾਸੇ ਸਾਡੇ ਲੱਗਦੇ ਆ ਕੀ ਨਾਮ ਹੈ ਚੰਡੀਗੜ੍ਹ ਨਾਲ, ਉਹਨਾਂ 'ਚੋਂ ਤੁਹਾਡਾ ਮੋਹਾਲੀ, ਈਵਨ ਪਟਿਆਲਾ, ਫਿਰ ਤੁਹਾਡਾ ਇੱਧਰ ਰੋਪੜ, 3 ਡਿਸਟ੍ਰਿਕਟ ਤੁਹਾਡੇ ਇਹ ਕਵਰ ਹੋ ਗਏ, ਫਤਿਹਗੜ੍ਹ ਸਾਹਿਬ ਚੌਥਾ ਡਿਸਟ੍ਰਿਕਟ ਤੁਹਾਡਾ ਕਵਰ ਹੋ ਜਾਂਦਾ। ਤਾਂ ਇਹ ਲੋਕ ਵੀ ਕੋਸ਼ਿਸ਼ ਕਰਦੇ ਆ ਕਿ ਅੱਛਾ ਕਿਸੇ ਨਾ ਕਿਸੇ ਦਾ ਆਉਣ ਦਾ ਬਹਾਨਾ ਬਣਿਆ ਹੀ ਰਹਿੰਦਾ ਚੰਡੀਗੜ੍ਹ, ਔਰ ਲੋਕ ਜਿਹਨੇ ਟੈਂਕ ਫੁੱਲ ਕਰਾਉਣਾ ਹੁੰਦਾ ਆਪਣਾ ਉਹ ਇੱਥੋਂ ਆ ਕੇ ਫੁੱਲ ਕਰਾ ਕੇ ਚਲਾ ਜਾਂਦਾ। ਤਾਂ ਜਿਹੜਾ ਤੁਸੀਂ ਦੇਖੋ ਨਾ, ਸਾਨੂੰ ਇਹਦਾ ਇਹ ਨਹੀਂ ਹੈ ਕਿ ਇਹਦਾ ਤੁਸੀਂ ਸਾਨੂੰ ਇਹਦਾ ਲਾਸ ਦੇਖੋ ਕਿੰਨਾ ਹੋ ਰਿਹਾ। ਅਸੀਂ ਮੰਨ ਲਓ ਜੇ 31% ਵੈਟ ਲਗਾ ਰੱਖਿਆ ਤਾਂ ਇੱਕ ਵੀ ਬੰਦਾ ਅਗਰ ਇੱਥੋਂ 1 ਰੁਪਈਏ ਕਰਕੇ ਵੀ ਇੱਧਰ ਪੈਟਰੋਲ ਪਵਾ ਰਿਹਾ ਤਾਂ ਸਾਨੂੰ 31% ਦਾ ਲਾਸ ਹੁੰਦਾ ਹੈ ਸਟੇਟ ਨੂੰ। ਤਾਂ ਇਸੇ ਤਰ੍ਹਾਂ ਹੀ ਜਿਹੜੀਆਂ ਸਟੇਟਾਂ ਹਿਮਾਚਲ ਦੇ ਨਾਲ ਲੱਗੀਆਂ ਹੋਈਆਂ ਨੇ ਉਹਨਾਂ ਨੇ ਆਪਣਾ ਡੀਜ਼ਲ ਸਸਤਾ ਕੀਤਾ ਹੋਇਆ। ਪੈਟਰੋਲ ਨਾਲੋਂ ਡੀਜ਼ਲ ਦੀ ਖਪਤ ਜ਼ਿਆਦਾ ਹੈ, ਤਾਂ ਜਿੰਨੀਆਂ ਇੱਧਰੋਂ ਉੱਪਰੋਂ ਜੰਮੂ ਕਸ਼ਮੀਰ ਤੋਂ ਲੈ ਕੇ ਇੱਧਰੋਂ ਟਰਾਂਸਪੋਰਟ ਚੱਲਦੀ ਹੈ ਉਹ ਸਾਰੀ ਦੀ ਸਾਰੀ ਹਿਮਾਚਲ 'ਚੋਂ ਭਰ ਕੇ ਆਉਂਦੀ ਹੈ। ਪੈਟਰੋਲ ਰਿਫਾਈਨਰੀਆਂ ਸਾਡੇ ਲੱਗੀਆਂ ਹੋਈਆਂ ਨੇ, ਪੈਟਰੋਲ ਉਹਨਾਂ ਤੋਂ ਭਰਵਾ ਰਹੇ ਨੇ। ਤਾਂ ਮਤਲਬ ਸਾਨੂੰ ਫਾਇਦਾ ਕੀ ਹੋਇਆ? ਐਡੀ ਵੱਡੀ ਅਸੀਂ ਰਿਫਾਈਨਰੀ ਵੀ ਲਗਾਈ ਹੋਈ ਹੈ ਤਾਂ ਸਾਨੂੰ ਉਹਦਾ ਲਾਭ ਕੀ ਹੈ? ਕੀ ਅਸੀਂ ਸਿਰਫ ਪੋਲੂਸ਼ਨ ਲੈਣ ਵਾਸਤੇ ਹਾਂ ਪੰਜਾਬ ਦੇ ਲੋਕ? ਤਾਂ ਇਹ ਬਹੁਤ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਹੁਣ 22-23 ਡਿਸਟ੍ਰਿਕਟ ਹੈਗੇ ਨੇ ਸਾਡੇ, 22-23 ਚੋਂ ਅੱਧੇ ਡਿਸਟ੍ਰਿਕਟ ਜਿਹੜੇ ਨੇ ਉਹ ਪ੍ਰਭਾਵਿਤ ਨੇ। ਉਹਨਾਂ ਦੇ ਤੁਸੀਂ ਦੇਖੋ ਆਹ ਤੁਹਾਡਾ ਖਰੜ ਹੀ ਹੈ, ਇਹਦਾ ਕੋਈ ਪੈਟਰੋਲ ਪੰਪ ਦੇਖ ਲਓ ਕੋਈ ਚੱਲਦਾ ਤੁਹਾਨੂੰ ਦੇਖਿਆ ਨੂੰ ਇਹ ਕੋਈ ਟਾਵਾਂ ਟੱਲਾ ਹੀ ਹੁੰਦਾ ਵਿਚਾਰਾ, ਕੋਈ 50 ਰੁਪਏ ਦਾ ਪੈਟਰੋਲ ਪਾਉਣ ਲਈ ਵੀ ਕਿਉਂ ਚੰਡੀਗੜ੍ਹ ਜਾਣਾ ਤਾਂ ਇੱਥੇ ਹੀ ਪਰਵਾਲਾ। ਪਰ ਜਦੋਂ ਉਹਦਾ ਚੰਡੀਗੜ੍ਹ ਚੱਕਰ ਲੱਗਦਾ ਫਿਰ ਉੱਥੋਂ ਟੈਂਕ ਫੁੱਲ ਕਰਾ ਕੇ ਹੀ ਲਿਆਂਦਾ, ਚਾਹੇ ਮੋਟਰਸਾਈਕਲ ਹੀ ਹੋਵੇ। ਉਹ ਕਹੂਗਾ ਮੋਟਰਸਾਈਕਲ 'ਚ ਵੀ 1000 ਰੁਪਏ ਦਾ ਪਾ ਦੇ, ਆਂਦਾ ਤਾਂ 500 ਦਾ ਨਹੀਂ ਹੁੰਦਾ, ਉਹ ਕਹਿੰਦਾ ਤੁੰਨ ਦੇ ਕਿਸੇ ਤਰ੍ਹਾਂ। ਸੋ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਦੇਖੋ ਵੀ ਇਹ ਅਲਟੀਮੇਟਲੀ ਸਾਡਾ ਲਾਸ ਕਿੰਨਾ ਹੋ ਰਿਹਾ ਹੈ। ਸੋ ਬਹੁਤ ਵਾਰੀ ਇਸ ਗੱਲ 'ਤੇ ਚਰਚਾਵਾਂ ਵੀ ਹੋਈਆਂ ਨੇ ਕਿ ਜਿਹੜੇ ਇਹ ਸਟੇਟਾਂ ਨੇ ਉਹ ਸਾਰਾ ਇੱਕੋ ਹੀ ਰੱਖੋ ਰੇਟ, ਮਤਲਬ ਜ਼ਿਆਦਾ
ਡਿਫਰੈਂਸ ਨਹੀਂ ਹੋਣਾ ਚਾਹੀਦਾ ਸਟੇਟਾਂ ਦੇ ਵਿੱਚ, ਪਰ ਕਿਤੇ ਨਾ ਕਿਤੇ ਹਰ ਸਟੇਟ ਆਪਣੀ ਉਹਦੇ ਵਿੱਚ ਜਾਂਦੀ ਹੈ ਤਾਂ ਉਹ ਰੇਟ ਨੂੰ ਡਾਊਨ ਕਰ ਦਿੰਦੀ ਹੈ। ਹੁਣ ਹਰਿਆਣੇ ਦੇ ਵਿੱਚ ਵੀ ਸਾਡੇ ਨਾਲੋਂ ਘੱਟ ਹੈ, ਹਿਮਾਚਲ ਦੇ ਵਿੱਚ ਵੀ ਸਾਡੇ ਤੋਂ ਘੱਟ ਹੈ, ਯੂਟੀ ਦੇ ਵਿੱਚ ਵੀ ਸਾਡੇ ਨਾਲੋਂ ਘੱਟ ਹੈ, ਤਾਂ ਅਸੀਂ 3 ਸਟੇਟਾਂ ਜਿਹੜੀਆਂ ਘਿਰ ਕੇ ਆ 3 ਸਟੇਟਾਂ ਤੋਂ, ਤਾਂ ਸਾਡੇ ਤੇ ਹੁਣ ਪ੍ਰੈਸ਼ਰ ਹੈਗਾ ਪੰਜਾਬ ਦੇ ਉੱਤੇ। ਔਰ ਕਿਉਂਕਿ ਪੰਜਾਬ ਸਰਕਾਰ ਕਾਂਗਰਸ ਦੀ ਜਿਹੜੀ ਸਰਕਾਰ ਹੈ ਉਹ ਜਾਣਾ ਵੀ ਚਾਹੁੰਦੀ ਹੈ ਉਹਦੇ ਵਿੱਚ। ਮੈਨੂੰ ਲੱਗਦਾ ਹੈ ਕਿ ਉਹ ਕੱਲ੍ਹ ਜਾਂ ਅੱਜ, ਹੋ ਸਕਦਾ ਅੱਜ ਹੀ ਰਾਤ ਤੱਕ ਕਰ ਦੇਣ, ਜਾਂ ਨਹੀਂ ਤਾਂ ਕੱਲ੍ਹ ਤੱਕ ਉਹਨਾਂ ਨੂੰ ਇਹ ਰੇਟ ਜਿਹੜੇ ਹੈਗੇ ਆ ਉਹ ਘਟਾਉਣੇ ਹੀ ਪੈਣੇ ਹੈ। ਇਹ 'ਚ ਪ੍ਰੋਬਲਮ ਇਹ ਹੈਗੀ ਹੈ ਕਿ ਅਗਰ ਅਸੀਂ ਇਹ ਨਹੀਂ ਘਟਾਇਆ ਤਾਂ ਕੀ ਹੈਗਾ ਕਿ ਸਾਡਾ ਆਪਣਾ ਜਿਹੜਾ ਸਟੇਟ ਦਾ ਰੈਵਨਿਊ ਹੈ ਉਹ ਇਹਨਾਂ ਸਟੇਟਾਂ ਨੂੰ ਜਾਈ ਜਾ ਰਿਹਾ ਹੈ। ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਫਿਰ ਇਹ ਸੋਚਣ ਦੀ ਲੋੜ ਹੈ ਕਿ ਬਈ ਅਸੀਂ ਆਪਣਾ ਰੈਵਨਿਊ ਤਾਂ ਘੱਟੋ ਘੱਟ ਆਪਣੀ ਸਟੇਟ 'ਚ ਰੱਖੀਏ। ਸਾਡੇ ਇੱਥੇ ਖਪਤ ਜ਼ਿਆਦਾ ਹੈ, ਮਤਲਬ ਹਰ ਘਰ ਦੇ ਵਿੱਚ 1-1 2-2 ਗੱਡੀਆਂ ਨੇ, ਪਰ ਉਹ ਪੈਟਰੋਲ ਸਾਈਡਾਂ ਤੋਂ ਪਵਾ ਰਹੇ ਨੇ। ਤਾਂ ਅਸੀਂ ਉਹ ਜਿਹੜੇ ਲਾਸਿਸ ਨੇ ਉਹ ਕਿਉਂ ਕਰਾਈਏ? ਕਿਉਂ ਨਹੀਂ ਅਸੀਂ ਇਹਨਾਂ ਸਟੇਟਾਂ ਤੋਂ 1 ਰੁਪਈਆ ਡਾਊਨ ਕਰਕੇ ਦੇਖੀਏ? ਸਾਨੂੰ ਚਾਹੀਦਾ ਹੈ ਕਿ 100 ਰੁਪਏ ਰੈਵਨਿਊ ਚਾਹੀਦਾ, ਪਰ ਮੰਨ ਲਓ ਉਸ ਰੈਵਨਿਊ ਦਾ ਮੈਕਸਿਮਮ ਸ਼ੇਅਰ ਤਾਂ ਅਸੀਂ ਦੂਸਰੇ ਸਟੇਟਾਂ ਨੂੰ ਹੀ ਦੇ ਦਿੰਦੇ ਹਾਂ। ਤਾਂ ਫਿਰ ਹੁੰਦਾ ਕੀ ਹੈ ਕਿ ਜਿਹੜੇ ਸੈਂਟਰਲ ਦੇ ਜ਼ਿਲ੍ਹੇ ਨੇ, ਲੁਧਿਆਣਾ, ਜਲੰਧਰ, ਜਿਹੜੇ ਕਿਸੇ ਵੀ ਉਹਦੇ ਨਾਲ ਨਹੀਂ ਲੱਗੇ ਹੋਏ, ਤਾਂ ਉਹਨਾਂ ਦੇ ਜਿਹੜੇ ਲੋਕ ਨੇ ਉਹ ਫਿਰ ਬਹੁਤ ਪਿਸਦੇ ਨੇ। ਮਤਲਬ ਉਹਨਾਂ ਨੂੰ ਤੁਸੀਂ ਦੇਖੋ ਵੀ ਮੈਂ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ, ਤਾਂ ਮੰਨ ਲਓ ਮੈਂ ਪਵਾ ਰਿਹਾ 95 ਰੁਪਏ ਪੈਟਰੋਲ, ਠੀਕ ਹੈ। ਜੇ ਮੈਂ ਮਤਲਬ ਫਤਿਹਗੜ੍ਹ ਸਾਹਿਬ ਤੱਕ ਚਲਾ ਗਿਆ ਜਾਂ ਥੋੜ੍ਹਾ ਜਿਹਾ ਹੋਰ ਅੱਗੇ ਚਲਾ ਗਿਆ ਤਾਂ ਮੈਨੂੰ ਉਹ ਪੈ ਰਿਹਾ 115 ਰੁਪਏ। ਤਾਂ ਬਈ ਮੈਂ ਸਰਕਾਰ ਨੂੰ ਗਾਲਾਂ ਕੱਢੂੰਗਾ ਹੀ ਨਾ ਵੀ ਯਾਰ ਇਹ ਤੁਸੀਂ ਮੈਨੂੰ ਕਿਉਂ ਪੀੜੀ ਜਾ ਰਹੇ ਹੋ ਇਸ 'ਤੇ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਹੁਣ ਮੌਕਾ ਹੈਗਾ। ਔਰ ਅਸੀਂ ਗੌਰਮੈਂਟ ਨੇ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੋਣਾ, ਲਾਸਟ ਵੀਕ ਵੀ ਬਿਜਲੀ ਦੀਆਂ ਜਿਹੜੀਆਂ ਦਰਾਂ ਸੀਗੀਆਂ ਉਹ 3 ਰੁਪਏ ਘਟਾ ਕੇ ਇੱਕ ਵੱਡੀ ਰਾਹਤ ਦਿੱਤੀ ਹੈ, ਕਿਉਂਕਿ ਬਿਜਲੀ ਦੇ ਮਾਮਲੇ ਵਿੱਚ ਵੀ ਇੱਦਾਂ ਹੀ ਹੋ ਰਿਹਾ ਸੀ ਕਿ ਅਸੀਂ ਬਿਜਲੀ ਜਿਹੜੀਆਂ ਨੇਬਰਲਿੰਗ ਸਟੇਟਾਂ ਨੇ ਉਹਦੇ ਤੋਂ ਜ਼ਿਆਦਾ ਲੈ ਰਹੇ ਹਾਂ। ਇਸੇ ਤਰ੍ਹਾਂ ਹੀ ਹੁਣ ਇਹ ਪੈਟਰੋਲ ਹੈ। ਤਾਂ ਮੈਨੂੰ ਲੱਗ ਰਿਹਾ ਹੈ ਕਿ ਜਿਹੜਾ ਕੱਲ੍ਹ ਜਾਂ ਪਰਸੋਂ ਜਦੋਂ ਵੀ ਕੈਬਨਿਟ ਦੀ ਮੀਟਿੰਗ ਹੋਏਗੀ, ਇਹ ਫੈਸਲਾ ਉੱਥੇ ਲੈਣਾ ਹੀ ਪਊਗਾ ਕਿ ਉਹ ਰੇਟ ਜਿਹੜੇ ਹੈ ਉਹਨੂੰ ਸਲੈਸ਼ ਕਰਨ। ਅਤੇ ਜਿਹੜੀ ਤੁਸੀਂ ਇੱਕ ਥੋੜ੍ਹਾ ਜਿਹਾ ਹੋਰ ਇਸ ਤੋਂ ਵੀ ਅੰਦਾਜ਼ਾ ਇਸ ਗੱਲ ਦਾ ਲਗਾ ਸਕਦੇ ਵੀ ਸਾਨੂੰ ਡਾਊਨ ਕਰਨਾ ਵੀ ਕਿਉਂ ਚਾਹੀਦਾ ਹੈ। ਤੁਸੀਂ ਦੇਖੋ ਵੀ ਅਸੀਂ ਖੇਤੀਬਾੜੀ ਪ੍ਰਧਾਨ ਸੂਬਾ ਹਾਂ। ਅਸੀਂ ਇੱਕ ਪੰਜਾਬ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਉਹਨੇ ਇੱਕ ਸਰਵੇ ਵੀ ਕੀਤਾ ਹੋਇਆ। ਉਹਨਾਂ ਨੇ ਕਿਹਾ ਵੀ ਜਿਹੜਾ ਤੁਸੀਂ 1 ਏਕੜ ਦੇ ਵਿੱਚ ਅਗਰ ਤੁਸੀਂ ਪੂਰੇ ਸਾਲ ਦੇ ਵਿੱਚ 25 ਤੋਂ 30 ਲੀਟਰ ਡੀਜ਼ਲ ਮਤਲਬ ਫੂਕਦੇ ਹੋ, ਤਾਂ ਤੁਸੀਂ ਉਹਦਾ ਅਸਰ ਜਿਹੜਾ ਹੈਗਾ ਉਸ ਦਾ ਦੇਖੋ ਕਿੰਨਾ ਅਸਰ ਕਿਸਾਨ ਦੇ ਉੱਪਰ ਆ ਰਿਹਾ ਹੈ। ਤੁਸੀਂ ਦੇਖੋ ਲਾਸਟ ਜਿਹੜੀ ਪੈਡੀ ਅਸੀਂ ਸੋਇੰਗ ਕੀਤੀ ਸੀਗੀ ਉਹਦੇ ਵਿੱਚ 65 ਤੋਂ 70 ਰੁਪਏ ਦੇ ਵਿੱਚ ਡੀਜ਼ਲ ਸੀ। ਜਿਹੜੀ ਅਗਲੀ ਕੀਤੀ ਉਹ 'ਚ 100 ਰੁਪਏ, ਯਾਨੀ ਕਿ ਪਰ ਲੀਟਰ 25 ਤੋਂ 30 ਰੁਪਏ ਜਿਹੜੇ ਹੈਗੇ ਹੈ ਉਹ ਡੀਜ਼ਲ ਦੇ ਵੱਧ ਗਏ। ਮੈਂ ਕਹਿ ਰਿਹਾ ਵੀ ਜੇ ਹੁਣ 25 ਲੀਟਰ ਡੀਜ਼ਲ 1 ਮਹੀਨੇ ਦਾ ਇੱਕ ਸਾਲ ਦਾ ਲੱਗਦਾ ਹੈ, ਤਾਂ 25 ਨੂੰ ਤੁਸੀਂ 30 ਨਾਲ ਗੁਣਾ ਕਰਕੇ ਦੇਖੋ 750 ਰੁਪਈਆ ਵੱਧ ਗਿਆ। ਜਿਹੜਾ ਵਧਿਆ ਹੈ ਉਹ 750 ਰੁਪਈਆ ਹੈ। ਸਰਕਾਰ ਨੇ ਕਹਿਤਾ ਜੀ ਅਸੀਂ 50 ਰੁਪਏ ਮਤਲਬ ਪੈਡੀ ਦੇ ਵਧਾਤੇ ਪਰ ਕੁਇੰਟਲ। ਬਈ 50 ਰੁਪਏ ਜਿਹੜੇ ਵਧਾਏ ਉਹਦੀ ਤਾਂ ਨਿਕਲੀ 30 ਕੁਇੰਟਲ, ਉਹਨੂੰ 1500 ਰੁਪਏ ਆਇਆ, 750 ਤੁਸੀਂ ਲੈ ਗਏ, ਤਾਂ ਉਹਦੇ ਪੱਲੇ ਕੀ ਪਿਆ? ਇਹ ਤਾਂ ਕੱਲੀ ਮੈਂ ਡੀਜ਼ਲ ਦੀ ਕੀਮਤ ਦੇ ਉੱਤੇ ਗੱਲ ਕਰ ਰਿਹਾ। ਜਿਹੜੀ ਬਾਕੀ ਦੀਆਂ ਹੈਗੀਆਂ ਨੇ, ਚਾਹੇ ਉਹ ਕੀ ਨਾਮ ਹੈ ਬੀਜਾਂ ਦੀ ਹੋਵੇ, ਖਾਦਾਂ ਦੀ ਹੋਵੇ, ਉਹਦੇ ਉਸ 'ਤੇ ਜਿਹੜੀ ਖਾਦ ਹੀ ਹੈ ਉਹ ਹੀ ਤੁਸੀਂ ਦੇਖ ਲਓ ਕਿੰਨੀ ਮਹਿੰਗੀ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਦਾ ਅਸਰ ਕਿੰਨਾ ਆਉਂਦਾ। ਫਿਰ ਇਹ ਚੀਜ਼ਾਂ ਜਦੋਂ ਵਧਣਗੀਆਂ, ਇਸੇ ਤਰ੍ਹਾਂ ਹੀ ਢੋਆ ਢੁਆਈ ਦੀ ਵੀ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਢੋਆ ਢੁਆਈ ਜਿਹੜੀ ਹੈਗੀ ਹੈ ਉਹ ਸਾਰੀ ਇਸ ਦੇ ਉੱਤੇ ਹੈ। ਅਤੇ ਜਿਹੜਾ ਬੰਦਾ ਮਤਲਬ ਮਾਲ ਮੰਗਾ ਰਿਹਾ ਹੈ ਜਾਂ ਭੇਜ ਰਿਹਾ ਹੈ, ਇੱਥੋਂ ਹੁਣ ਦਸੰਬਰ ਦੇ ਮਹੀਨੇ 'ਚ ਕਿੰਨੂ ਸ਼ੁਰੂ ਹੋ ਜਾਣਾ ਜਾਣ ਵਾਸਤੇ। ਤੁਹਾਨੂੰ ਪਤਾ ਕਿ ਉਰੋਂ ਤੋਂ ਲੈ ਕੇ ਬੈਂਗਲੌਰ ਤੱਕ ਜਿਹੜਾ ਕਿੰਨੂ ਜਾਂਦਾ ਉਹ 25,000 ਰੁਪਏ ਤੋਂ ਲੈ ਕੇ 50,000 ਰੁਪਏ ਤੱਕ ਇਕੱਲਾ ਡੀਜ਼ਲ ਫੂਕ ਦਿੰਦੇ ਆ। ਤਾਂ ਸਾਡੇ ਇੱਥੋਂ ਕੌਣ ਭੇਜੂਗਾ ਕਿੰਨੂ ਜਦੋਂ ਸਾਨੂੰ ਖਰਚਾ ਹੀ ਇੰਨਾ ਕਰਨਾ ਪੈ ਰਿਹਾ ਹੈ। ਸੋ ਮੈਨੂੰ ਇਹ ਲੱਗ ਰਿਹਾ ਕਿ ਇਸ ਸਾਰੀਆਂ ਨੂੰ ਦੇਖਦੇ ਹੋਏ ਸਾਨੂੰ ਕੀਮਤ ਦੇ ਉੱਤੇ ਕੰਟਰੋਲ ਕਰਨਾ ਹੀ ਪਊਗਾ, ਅਦਰਵਾਈਜ਼
ਸਾਡੇ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋਣਗੀਆਂ। ਸਾਡੀ ਐਕਸਪੋਰਟ ਵੀ ਪ੍ਰਭਾਵਿਤ ਹੋ ਰਹੀ ਹੈ ਔਰ ਸਾਡੀ ਇੰਪੋਰਟ ਵੀ ਪ੍ਰਭਾਵਿਤ ਹੋ ਰਹੀ ਹੈ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ। ਸੋ ਫਿਲਹਾਲ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ, ਭਲਕੇ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।